श्री राग महला पहला। लब कुत्ता कूड़ चूड़ा, ठग खादा मुर्दार। पर निंदा पर मल मुख सुधी, अगन करोध चंडाल। रस कस आप सलाहना, एक कर्म मेरे करतार। बाबा बोलिए पत होए, ऊतम से दर ऊतम कहिए। नीच कर्म बह रोए, रहाओ रस सोयना। रस रूपा कामन, रस परमल की वास। रस घोड़े रस सेजा मंदर, रस मीठा रस मास। एते रस शरीर के, कै घट नाम निवास। जित बोलिया पत पाईए, सो बोलिया परवान। फिक्का बोल विगुचना, सुन मूर्ख मन अजान। जो तिस भावें से भले, होर के कहन बखान। तिन मत तिन पत तिन धन पल्ले, जिन हृदय रहा समाए। तिनका क्या सलाहना, अवर सवाले हुकाए। नानक नदरी बाहरे, राचै दान ना नाए। इस पावन शब्द विच श्री गुरु नानक देव जी महाराज कितनी निमरता अधीनगी नाल उस वाहिगुरु अकाल पुरख नाल सीधी गलबात करते हैं तथा साडे जीवां नूं सिक्ख्या दिंदे हैं। बाबा बोलीए पत होए, हे भाई बोलण दे नाल इज्जत मिलती, पर किहो जिहा बोलना ते किहो जिहा नहीं बोलना। बोलण ते विचार करनी। बाबा बोलीए पत होए, इत्थे पत दे तत्ते नूं सियारी है। ये पत इज्जत का सूचक है। ये पत गुरबाणी विच पति वास्ते भी आउंदा है, और ये पत तत्ते नूं औंकड़ होवे ते पात्र ठूठे चिप्पी वास्ते भी आउंदा है। और जे पप्पा तत्ता मुक्ता पत होवे ते दरखत दे पत्तरां लई आउंदा है। इत्थे पातशाह कहंदे ने बाबा बोलीए पत होए, वो बोल बोलने चाहिए हैं जिन्हां बोलों के नाल साडी इज्जत होवे। इसे लिए गुरबाणी कहती सगल बोलन के माहे विचार। जदों बोलन लगो विचार करो। सियाणियां ने एक तत्त कढ़िया, पहले तोलो पीछे बोलो। बोलना तो है, पर मुंह तो बोलन लगे हैं, पहले तोल लो, विचार कर लो। तो गुरु पातशाह कहते बाबा बोलीए पत होए, ऊतम से दर ऊतम कहिए। नीच कर्म बह रोए। आख्या अपने आप ते लोग सब मियाँ मिठू बनते हैं। मैं बहुत चंगा हाँ, मैं बहुत अच्छा हाँ। पातशाह कहते नहीं, ऊतम से दर ऊतम कहिए। अक्सर देखने में आउंदा है जदों असीं पाठ खास करके अखंड पाठ करते हैं, किहड़ा पाठी सिंह ध्यान दिंदा है इस विश्राम वल। और जदों तीकर विचार के ना करिए, आम प्रेमी भी यही कहते मैं इन्ना पाठ कर रहा, पर विचार की करन नाल गुरु की गल समझ विच आउंदी। इसलिए बाणी च लिखिया है, ऊंदे भांडे कछ न समावे। सीधे अमृत परे निहार। भावें कितना मूसलाधार मीह पैंदा होवे, जे असी अपना बर्तन उल्टा करके रख दईए, उस उल्टे बर्तन में कोई बूंद पवेगी।
ਜੇ ਪਾਠ ਕਰਦੇ ਹਾਂ ਸਾਡਾ ਧਿਆਨ ਕਿਸੇ ਹੋਰ ਪਾਸੇ, ਭਾਵੇਂ ਕੰਮ ਅਸੀਂ ਚੰਗਾ ਕਰ ਰਹੇ ਹਾਂ, ਨਾ ਕਰਨ ਨਾਲੋਂ ਚੰਗਾ ਕਿ ਪਾਠ ਕਰ ਰਹੇ ਹਾਂ, ਪਰ ਜੇ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਤੇ ਫਿਰ ਉਹਨੂੰ ਸਮਝ ਕੇ ਪੜ੍ਹਨਾ ਪਵੇ। ਬਾਬਾ ਬੋਲੀ ਹੈ ਪਤ ਹੋਏ, ਬੋਲਣਾ ਤੇ ਹੈ ਪਰ ਇਹੋ ਜਿਹਾ ਬੋਲੋ ਜਿਸ ਬੋਲਣ ਦੇ ਨਾਲ ਤੁਹਾਡੀ ਪਤ ਇੱਜ਼ਤ ਹੋਵੇ। ਫਿਰ ਆਖਿਆ ਊਤਮ ਸੇ ਦਰ ਊਤਮ ਕਈ ਹੈ। ਅਸਲ ਉੱਤਮ ਉਹ ਹਨ, ਉਹ ਸ੍ਰੇਸ਼ਟ ਹਨ ਜਿਹੜੇ ਵਾਹਿਗੁਰੂ ਦੀ ਦਰਗਾਹ ਵਿੱਚ ਸ੍ਰੇਸ਼ਟ ਕਹੇ ਜਾਣ, ਜਿਨ੍ਹਾਂ ਦੀ ਉੱਥੇ ਕਦਰ ਕੀਮਤ ਪਵੇ। ਨੀਚ ਕਰਮ ਬੈ ਰੋਏ, ਤੇ ਜਿਨ੍ਹਾਂ ਨੇ ਭੈੜੇ ਕੰਮ ਕੀਤੇ ਹਨ ਉਹ ਇੱਥੇ ਵੀ ਰੋਂਦੇ ਹਨ, ਉੱਥੇ ਵੀ ਰੋਂਦੇ ਹਨ। ਜਿੰਨੇ ਅਸੀਂ ਸੰਸਾਰ ਵਿੱਚ ਆਏ ਹਾਂ ਕੁਝ ਨਾ ਕੁਝ ਕਰਦੇ ਤੇ ਹਾਂ, ਚੰਗਾ ਕਰਦੇ ਹਾਂ ਜਾਂ ਮਾੜਾ ਕਰਦੇ ਹਾਂ, ਪਰ ਇਸ ਗੱਲ ਦੀ ਪਰਖ ਸਾਨੂੰ ਕਰਨੀ ਚਾਹੀਦੀ, ਵਿਚਾਰ ਕਰਨੀ ਚਾਹੀਦੀ। ਸ਼ਲੋਕ 12 ਤੇ ਵਧੀਕ ਵਿੱਚ ਪਾਤਸ਼ਾਹ ਨੇ 2 ਸ਼ਲੋਕ ਲਿਖੇ ਨੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਾਧਾਣੀਆਂ ਤਿਉ ਮੱਥੇ ਧਰਮ ਰਾਏ। ਜਿਹੜੇ ਗਲਤ ਕੰਮ ਕਰਦੇ ਨੇ, ਨੀਚ ਕਰਮ ਕਰਦੇ ਨੇ, ਉਹ ਜਦੋਂ ਨੀਚ ਕਰਮ ਕਰਦੇ ਨੇ ਉਦੋਂ ਵੀ ਦੁਖੀ ਹੁੰਦੇ ਨੇ, ਤੇ ਜਦੋਂ ਉਹਦਾ ਫਲ ਭੁਗਤਦੇ ਨੇ ਫਿਰ ਵੀ ਦੁਖੀ ਹੁੰਦੇ ਨੇ। ਪਰ ਪਾਤਸ਼ਾਹ ਨਾਲ ਹੀ ਕਹਿੰਦੇ ਨੇ ਧਨ ਹਨ ਉਹ ਬੰਦੇ ਨਾਮ ਤੇ ਆਇਨ ਸਾਜਨਾ, ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੇਂ ਕੀਤੋ ਭਵਨ ਪੁਨੀਤ। ਬੋਲਦੇ ਤੇ ਅਸੀਂ ਹਾਂ, ਕਰਦੇ ਤੇ ਅਸੀਂ ਹਾਂ, ਪਰ ਗੁਰਦੇਵ ਨੇ ਇੱਕ ਸੇਧ ਦਿੱਤੀ ਹੈ। ਨਾਨਕ ਉਹ ਹਨ ਉੱਤਮ, ਊਤਮ ਸੇ ਦਰ ਊਤਮ ਕਈ ਹੈ। ਦਰ ਦੇ ਰਾਰੇ ਨੂੰ ਸਿਆਰੀ ਹੈ। ਜਿਹੜੇ ਪਰਮਾਤਮਾ ਦੀ ਦਰਗਾਹ ਵਿੱਚ ਉੱਤਮ ਕਹੇ ਜਾਣਗੇ ਉਹ ਹਨ ਅਸਲ ਉੱਤਮ। ਨੀਚ ਕਰਮ ਬੈ ਰੋਏ, ਭੈੜੇ ਕਰਮ ਕਰਨ ਵਾਲੇ ਜਿਹੜੇ ਨੇ ਉਹਨਾਂ ਨੂੰ ਤੇ ਰੋਣਾ ਹੀ ਪਵੇਗਾ, ਦੁਖੀ ਹੋਣਾ ਪਵੇਗਾ। ਲਓ ਹੁਣ ਸ਼ਬਦ ਦੀ ਆਰੰਭਤਾ ਵੱਲ ਧਿਆਨ ਦਿਓ। ਗੁਰਦੇਵ ਆਪ ਅਕਾਲ ਪੁਰਖ ਨੂੰ ਸੰਬੋਧਨ ਕਰਕੇ, ਹੇ ਦਾਤਾ, ਹੇ ਕਰਤਾਰ, ਮੇਰੇ ਵਿੱਚ ਬਹੁਤ ਕਮੀਆਂ ਹਨ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ। ਇੱਕ ਤਾਂ ਮੈਨੂੰ ਜ਼ਬਾਨ ਦਾ ਚਸਕਾ ਬਹੁਤ ਹੈ। ਇਹ ਚਸਕਾ ਕੁੱਤੇ ਵਾਲੀ ਬਿਰਤੀ ਹੈ। ਜਗ੍ਹਾ ਜਗ੍ਹਾ ਤੇ ਆ ਖਾਣਾ, ਉਹ ਖਾਣਾ, ਉਹ ਨਹੀਂ ਖਾਣਾ। ਲੱਭ ਕੁੱਤਾ, ਕੂੜ ਚੂੜਾ, ਝੂਠ ਬੋਲਣਾ, ਇਹ ਚੂੜਿਆਂ ਵਾਲਾ ਕੰਮ ਹੈ, ਭਾਵ ਨੀਵਾਂ ਕੰਮ ਹੈ। ਜਿਹੜਾ ਝੂਠ ਬੋਲ ਕੇ ਕਿਸੇ ਨੂੰ ਠੱਗਣਾ, ਕਿਸੇ ਨਾਲ ਹੇਰਾ ਫੇਰੀ ਕਰਨੀ, ਇਹ ਮੇਰਾ ਨੀਵੀਂ ਬਿਰਤੀ ਹੈ। ਠੱਗ ਖਾਧਾ ਮੁਰਦਾਰ, ਤੇ ਜਦੋਂ ਕਿਸੇ ਨੂੰ ਠੱਗ ਕੇ, ਠੱਗ ਦੇ ਗੱਗੇ ਨੂੰ ਸਿਆਰੀ ਹੈ, ਠੱਗ ਕੇ ਹੇਰਾ ਫੇਰੀ ਕਰਕੇ ਕੁਝ ਲੈ ਲਿਆ, ਖਾ ਲਿਆ, ਇਹ ਮਾਨੋ ਮੁਰਦਾਰ ਖਾਧਾ। ਮੁਰਦਾਰ ਦੀ ਵਿਆਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇੱਕ ਹੋਰ ਜਗ੍ਹਾ ਕੀਤੀ। ਹੱਕ ਪਰ ਆਇਆ ਨਾਨਕਾ, ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਜਦੋਂ ਅਸੀਂ ਦੂਜਿਆਂ ਦਾ ਹੱਕ ਖਾਂਦੇ ਹਾਂ, ਠੱਗੀ ਮਾਰ ਕੇ ਖਾਂਦੇ ਹਾਂ, ਝੂਠ ਬੋਲ ਕੇ ਖਾਂਦੇ ਹਾਂ, ਇਹ ਮਾਨੋ ਮੈਂ ਮੁਰਦਾਰ ਖਾਂਦਾ ਹਾਂ। ਪਰ ਨਿੰਦਾ ਪਰ ਮਲ ਮੁਖ ਸੁਧੀ, ਦੂਜਿਆਂ ਦੀ ਨਿੰਦਿਆ ਕਰਨੀ, ਦੂਜਿਆਂ ਦੀ ਮੈਲ ਧੋਣੀ, ਇਹ ਮਾਨੋ ਸੁਧੀ ਗੰਦਗੀ ਖਾਣੀ। ਪਰ ਨਿੰਦਾ ਪਰ ਮਲ ਮੁਖ ਸੁਧੀ, ਸੁਧੀ ਦਾ ਮਤਲਬ ਹੁੰਦਾ ਸਮੂਰਚੀ, ਨਿਰੀ, ਜਿਵੇਂ ਆਪਾਂ ਕਹਿੰਦੇ ਨਿਰੀ ਗੰਦਗੀ। ਜਦੋਂ ਦੂਜਿਆਂ ਦੀ ਨਿੰਦਿਆ ਕਰਦੇ ਹਾਂ, ਇਹ ਮਾਨੋ ਨਿਰੀ ਗੰਦਗੀ ਖਾ ਰਹੇ ਹਾਂ। ਅਗਨ ਕਰੋਧ ਚੰਡਾਲ, ਤੇ ਜਿਹੜਾ ਮੇਰੇ ਅੰਦਰ ਕ੍ਰੋਧ ਹੈ ਇਹ ਚੰਡਾਲ ਹੈ। ਇਹ ਜਿਹੜੀ ਕ੍ਰੋਧ ਦੀ ਅਗਨੀ ਹੈ
ਇਹ ਮਾਨੋ ਚੰਡਾਲ ਹੈ। ਇਹ ਸਾਰੇ ਸ਼ਬਦ ਸਮਾਜਿਕ ਤੌਰ ਤੇ ਵਰਤੇ ਜਾਂਦੇ ਹਨ। ਕੁੱਤਾ ਵੀ ਬਿਰਤੀ ਕਰਕੇ ਹੈ, ਚੂੜਾ ਵੀ ਬਿਰਤੀ ਕਰਕੇ ਹੈ, ਔਰ ਕ੍ਰੋਧ ਨੂੰ ਚੰਡਾਲ ਕਿਹਾ। ਜੇ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵੱਲ ਵੇਖੀਏ, ਪਾਤਸ਼ਾਹ ਇੱਕ ਧਰਮ ਸਥਾਨ ਤੇ ਤੀਰਥ ਤੇ ਗਏ ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ, ਮਰਦਾਨਾ ਜੀ, ਉਹ ਸਾਹਮਣੇ ਇੱਕ ਬ੍ਰਾਹਮਣ ਨੇ ਅੱਗ ਬਾਲੀ ਹੈ, ਥੋੜੀ ਜਿਹੀ ਅੱਗ ਲੈ ਆਓ, ਆਪਾਂ ਵੀ ਅੱਗ ਬਾਲ ਲਈਏ, ਆਪਾਂ ਵੀ ਭੋਜਨ ਬਣਾ ਲਈਏ। ਹੁਣ ਮਰਦਾਨਾ ਜੀ ਤੇ ਬਾਬਾ ਜੀ ਦੇ ਸੱਚੇ ਸੇਵਕ ਸਨ, ਉਹ ਹੁਕਮ ਮੰਨ ਕੇ ਚਲੇ ਗਏ। ਕਹਿੰਦੇ, ਪੰਡਿਤ ਜੀ ਥੋੜੀ ਜਿਹੀ ਅੱਗ ਦੇ ਦਿਓ। ਪੰਡਿਤ ਜੀ ਨੇ ਸਵਾਲ ਕੀਤਾ, ਤੂੰ ਕੌਣ ਹੈ? ਆਖਿਆ, ਮੈਂ ਮਰਾਸੀ ਹਾਂ। ਬਸ ਇੰਨੀ ਗੱਲ ਸੁਣਦਿਆਂ ਸਾਰ ਪੰਡਿਤ ਅੱਗ ਬਗੋਲਾ ਹੋ ਗਏ। ਉਸ ਬਲਦੀ ਹੋਈ ਅੱਗ ਵਿੱਚੋਂ ਇੱਕ ਚੁਆਤੀ ਚੁੱਕ ਲਈ ਤੇ ਮਰਦਾਨਾ ਜੀ ਦੇ ਪਿੱਛੇ ਲੱਗੇ। ਮਰਦਾਨਾ ਜੀ ਨੇ ਛੂਟ ਪੱਟੀ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਆ ਗਏ ਤੇ ਮਗਰ ਹੀ ਬ੍ਰਾਹਮਣ ਬਲਦੀ ਅੱਗ ਦੀ ਚੁਆਤੀ ਚੁੱਕ ਕੇ ਦੌੜਿਆ ਹੋਵੇ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ, ਕੀ ਗੱਲ ਪੰਡਿਤ ਜੀ, ਅਸੀਂ ਤੇ ਥੋੜੀ ਜਿਹੀ ਅੱਗ ਮੰਗੀ ਸੀ ਤੇ ਤੁਸੀਂ ਆ ਚੁਆਤੀ ਚੁੱਕ ਕੇ ਲੈ ਆਏ। ਆਖਣ ਲੱਗਾ, ਮੇਰਾ ਸਭ ਕੁਝ ਇਹਨੇ ਬੰਦੇ ਨੇ ਪਿੱਟ ਦਿੱਤਾ। ਸਤਿਗੁਰੂ ਕਹਿਣ ਲੱਗੇ, ਉਹ ਕਿਵੇਂ? ਆਖਣ ਲੱਗੇ, ਮਰਾਸੀ ਹੈ, ਇਹਦੇ ਪਰਛਾਵੇਂ ਨਾਲ ਮੇਰਾ ਭੋਜਨ ਪਿੱਟਿਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ, ਬਾਹਰਲੇ ਸ਼ੂਦਰਾਂ ਤੋਂ ਬਚਣ ਦਾ ਤੇ ਯਤਨ ਕਰ ਰਹੇ ਹੋ, ਜਿਹੜੇ ਤੁਹਾਡੇ ਅੰਦਰ ਬੈਠੇ ਨੇ ਉਹਨਾਂ ਦਾ ਕੀ ਕੀਤਾ ਜੀ? ਆਂਦਾ, ਮੇਰੇ ਅੰਦਰ, ਮੈਂ ਬ੍ਰਾਹਮਣ ਹਾਂ। ਪਾਤਸ਼ਾਹ ਨੇ ਬਚਨ ਉਚਾਰਿਆ, ਕਬੂਦ ਡੂਮਣੀ ਉਦਇਆ ਕਸਾਇਣ, ਪਰ ਨਿੰਦਾ ਘਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਐ, ਜਾਂ ਚਾਰੇ ਬੈਠੀਆਂ ਨਾਲ। ਹੁਣ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ ਕਿ ਸਾਡੇ ਵਿੱਚ ਸਾਰੇ ਔਗਣ ਹਨ ਕਿ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਕੁਰਬਾਨ ਜਾਈਏ। ਉਹ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਕਿਸ ਤਰ੍ਹਾਂ ਆਪਣਾ ਆਪ ਨਹੀਂ ਸਾਡਾ ਪੇਸ਼ ਕਰ ਰਹੇ। ਇਹ ਸਾਡੀ ਹਾਲਤ ਹੈ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ। ਇਹ ਸਾਡੇ ਮੂੰਹ 'ਚ ਸਮੂਲਚੀ ਗੰਦਗੀ ਹੈ ਤੇ ਅਗਨ ਕਰੋਧ ਚੰਡਾਲ, ਜਿਹੜਾ ਸਾਨੂੰ ਗੁੱਸਾ ਆਉਂਦਾ, ਇਹ ਮਾਨੋ ਚੰਡਾਲ ਦਾ ਰੂਪ ਹੈ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਲ। ਇੱਥੇ ਕਰਤਾਰ ਦਾ ਰਾਰਾ ਮੁਕਤਾ ਹੈ। ਕਰਤਾਰ ਨੂੰ ਸੰਬੋਧਨ ਕਰਕੇ ਕਰਤਾਰ ਦੇ ਰੂਬਰੂ ਆਪਣੇ ਆਪ ਨੂੰ ਪੇਸ਼ ਕਰ ਰਹੇ। ਹੇ ਦਾਤਾ, ਇਹ ਮੇਰੇ ਕਰਮ ਹਨ। ਰਸ ਕਸ ਆਪ ਸਲਾਹਣਾ, ਇਹ ਜਿਹੜਾ ਆਪਣੇ ਆਪ ਨੂੰ ਸਲਾਹਣਾ, ਮੈਂ ਇਉਂ ਕੀਤਾ, ਮੈਂ ਇਉਂ ਕਰਦਾ ਹਾਂ, ਇਹ ਵੀ ਮੇਰੀ ਕਮੀ ਹੈ। ਇਹ ਮੈਨੂੰ ਕੰਨਾਂ ਦਾ ਸਵਾਦ ਹੈ, ਚਸਕਾ ਹੈ। ਇਹ ਰਸ ਕਸ ਲੈਣ ਦੀ ਮੇਰੀ ਬਿਰਤੀ ਹੈ। ਹੁਣ ਦੇਖੋ ਗੱਲ ਕਿਤਨੀ ਡੂੰਘੀ ਹੈ ਔਰ ਕਿਤਨੀ ਸਵੈ ਪੜਚੋਲ ਦੀ ਗੱਲ ਹੈ। ਜਿਉਂ-ਜਿਉਂ ਇਸ ਨੂੰ ਪੜਾਂਗੇ ਫਿਰ ਸਮਝ ਆਵੇਗੀ। ਗੁਰੂ ਨਾਨਕ ਪਾਤਸ਼ਾਹ ਤੇ ਐਸੇ ਨਹੀਂ, ਉਹ ਤੇ ਸਾਡੇ ਤੋਂ ਕਿਤਨੇ ਮਹਾਨ, ਕਿਤਨੇ ਪਰਉਪਕਾਰੀ ਨੇ, ਪਰ ਇਹ ਸਾਡੀ ਸਾਰਿਆਂ ਦੀ ਹਾਲਤ ਕੀ ਹੈ ਨਹੀਂ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਏ। ਵਿਸ਼ਰਾਮ ਬੜੇ ਧਿਆਨ ਨਾਲ ਦੇਣਾ। ਸੇ ਨੂੰ ਪਹਿਲੇ ਊਤਮ ਨਾਲ ਲਾਉਣਾ। ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬੈ ਰੋਏ ਰਹਾਓ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਦਾ ਮਤਲਬ ਹੁੰਦਾ ਹੈ
ਜਿਹਦੇ ਕਰਕੇ ਅਸੀਂ ਉਸ ਨਾਲ ਜੁੜੇ ਹੋਏ ਹਾਂ। ਕਿਸੇ ਨੂੰ ਖਾਣ ਵਿੱਚੋਂ ਰਸ ਆਉਂਦਾ ਹੈ, ਕਿਸੇ ਨੂੰ ਪੀਣ ਵਿੱਚੋਂ ਰਸ ਆਉਂਦਾ ਹੈ, ਕਿਸੇ ਨੂੰ ਗੱਲਾਂ ਸੁਣ ਕੇ ਰਸ ਆਉਂਦਾ। ਪਾਤਸ਼ਾਹ ਕਹਿੰਦੇ ਨੇ ਇਹ ਸਾਰੇ ਰਸ ਨੇ, ਇਹ ਸਾਰੇ ਸਵਾਦ ਨੇ, ਇਹ ਸਾਰੇ ਮੈਨੂੰ ਚੰਬੜੇ ਹੋਏ ਨੇ। ਰਸ ਸੋਇਨਾ, ਸੋਨੇ ਦਾ ਰਸ, ਮੇਰੇ ਕੋਲ ਇੰਨਾ ਸੋਨਾ ਹੈ, ਮੈਂ ਇੰਨਾ ਸੋਨਾ ਇਕੱਠਾ ਕਰ ਲਿਆ। ਰਸ ਰੂਪਾ ਕਾਮਣ, ਰੂਪਾ ਕਹਿੰਦੇ ਚਾਂਦੀ ਨੂੰ, ਕਾਮਣ ਕਹਿੰਦੇ ਇਸਤਰੀ ਨੂੰ, ਇਹ ਵੀ ਰਸ ਹਨ। ਰਸ ਪਰਮਲ ਕੀ ਵਾਸ, ਬਹੁਤੀਆਂ ਸੁਗੰਧੀਆਂ ਖੁਸ਼ਬੂਆਂ, ਪਰਫਿਊਮ ਲਾਉਣੇ, ਮੈਂ ਫਲਾਣਾ ਸਾਬਣ ਵਰਤਾਂ, ਮੈਂ ਫਲਾਣਾ ਸੈਂਟ ਵਰਤਾਂ, ਇਹ ਵੀ ਇੱਕ ਰਸ ਹੈ। ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਘੋੜਿਆਂ ਦੀ ਸਵਾਰੀ ਕਰਨੀ, ਸੋਹਣੀਆਂ ਸੇਜਾਂ ਤੇ ਸੌਣਾ, ਸੋਹਣੇ ਮਕਾਨਾਂ ਵਿੱਚ ਸੌਣਾ, ਮਿੱਠੇ ਮਿੱਠੇ ਪਦਾਰਥ ਖਾਣੇ ਜਾਂ ਮਾਸ ਆਦਿਕ ਖਾਣਾ, ਇਹ ਵੀ ਰਸ ਹੈ। ਇਹਨਾਂ ਰਸਾਂ ਵਿੱਚ ਅਸੀਂ ਫਸੇ ਪਏ। ਜ਼ਰਾ ਸਾਨੂੰ ਸਵੈ ਪ੍ਰਚੋਲ ਕਰਨ ਦੀ ਲੋੜ ਹੈ ਔਰ ਆਪਣੀ ਬਿਰਤੀ ਉੱਤੇ ਆਪ ਹੀ ਕੰਟਰੋਲ ਕਰਨਾ ਪਵੇਗਾ। ਗੁਰੂ ਪਾਤਸ਼ਾਹ ਤੇ ਸਾਡੇ ਲਈ ਰਸਤਾ ਦੱਸ ਰਹੇ ਨੇ। ਹੇ ਅਕਾਲ ਪੁਰਖ, ਮੇਰੇ ਵਿੱਚ ਇੰਨੀਆਂ ਕਮੀਆਂ ਹਨ। ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, रस सेजा मंदर, रस मीठा रस मास, एते रस शरीर के कै घट नाम निवास। आख्या शरीर दे अंदर इन्ने रसां ने डेरे लाए हुए हैं, साड़ी बिरती इन्ने रसां विच फसी हुई है। कै घट, घट दे टैंके नूं सिहारी है। किथे थां है जिथे नाम दा टिकाणा होवे, क्योंकि जे बर्तन पहला ही किसी चीज नाल भरिया पिया होवे ते उहदे च होर चीज कित्थों पवेगी। इसे लिए आसा की वार विच किया, वस्तु अंदर वस्त समावै, दूजी होवै पास। इत्थे पास का मतलब पासे होवे। जे पहलियां चीज़ां नूं कढांगे तां नाम वसेगा ना। बड़ी डूंगी गल गुरु पातशाह ने कही। हर मनुख, मैं ते तुसी सारे अपने अंदर झात मारीए कि साडे हिरदे विच ये सारियां चीज़ां ने डेरे नहीं लाए हुए। असी इन्हां सारियां आदतां दा शिकार नहीं। फिर ध्यान ना विचारो। लब कुत्ता, कूड़ चूड़ा, ठग खादा मुरदार, पर निंदा पर मल मुख सुधी, अगन करोध चंडाल, रस कस आप सलाहना, ए कर्म मेरे करतार। हे मेरे करतार, मेरी ए दशा है। बाबा बोलिए पत होए, ऊतम से दर ऊतम कहिए, नीच कर्म बह रोए रहाओ। रस सोयना, रस रूपा कामण, रस परमल की वास, एते रस घोड़े रस सेजा मंदर, रस मीठा रस मास, एते रस शरीर के कै घट नाम निवास। जदों इन्हां चीज़ां विच मैं फसिया होया तां मेरे किस हिरदे विच, किस नुक्कर विच नाम दा निवास होवेगा। फिर पातशाह कहंदे, भाई जित बोले है पत पाई है, सो बोलिया परवान। रसना तो इहो जे बोल बोलो जिससे बोलन करके पत इज्जत मिले, और वो ही बोलिया परवान है। इसलिए सतगुरु सानू बोलन उत्ते भी कंट्रोल करने की प्रेरणा करते ने। इसलिए आसा की वार विच बड़े सुंदर ढंग नाल समझाया। नानक फिक्का बोले है, तन मन फिक्का होए, फिक्को फिक्का सदिए, फिक्के फिक्की सोए, फिक्का दरगाह सटिए, मोथुका फिक्के पाए, फिक्का मूर्ख आखिए, पाना लहे सजाए। गुरुदेव कहते ने अपनी रसना तो वो बोल बोलो जिन्हां बोलों के कारण
ਤੁਹਾਨੂੰ ਇੱਜ਼ਤ ਮਿਲੇ। ਕਦੇ ਵੀ ਰਸਨਾ ਤੋਂ ਕੋਈ ਐਸਾ ਸ਼ਬਦ ਨਾ ਬੋਲੋ, ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਨ। ਇੱਥੇ ਮਨ ਸੰਬੋਧਨ ਹੈ, ਅਜਾਨ ਵੀ ਸੰਬੋਧਨ ਹੈ। हे ਮੇਰੇ ਮੂਰਖ ਅਜਾਨ ਮਨ, ਫਿੱਕਾ ਬੋਲ ਕੇ ਤੈਨੂੰ ਵਿਗੁਚਣਾ ਪਵੇਗਾ, ਖੱਜਲ ਹੋਣਾ ਪਵੇਗਾ। ਫਿੱਕੇ ਨੂੰ ਕੋਈ ਕੋਲ ਨਹੀਂ ਬੈਠਣ ਦਿੰਦਾ, ਫਿੱਕੇ ਨੂੰ ਜੁੱਤੀਆਂ ਪੈਂਦੀਆਂ ਨੇ, ਫਿੱਕੇ ਨੂੰ ਧੱਕੇ ਮਾਰੇ ਜਾਂਦੇ ਨੇ। ਹੁਣ ਇਹ ਇੱਕ ਸਾਡੀ ਜੀਵਨ ਜਾਚ ਹੈ। ਪਹਿਲਾਂ ਉਹ ਪੱਖ ਸਮਝਾਇਆ ਕਿ ਮਨੁੱਖ ਦੀ ਬਿਰਤੀ, ਮਨੁੱਖ ਦਾ ਧਿਆਨ ਕਿਹੜੇ ਪਾਸੇ ਲੱਗਾ ਹੋਇਆ। ਸਵੇਰ ਤੋਂ ਸ਼ਾਮ ਤੀਕਰ ਖਾਣ ਦਾ ਚਸਕਾ, ਪੀਣ ਦਾ ਚਸਕਾ, ਧਨ ਇਕੱਠਾ ਕਰਨ ਦਾ ਚਸਕਾ, ਸੁੰਦਰ ਇਸਤਰੀ ਦਾ ਚਸਕਾ, ਇਹਨਾਂ ਸਾਰੇ ਚਸਕਿਆਂ ਵਿੱਚ ਅਸੀਂ ਫਸੇ ਪਏ। ਫਿਰ ਪਾਤਸ਼ਾਹ ਕਹਿੰਦੇ ਨੇ, ਜੋ ਤਿਸ ਭਾਵੇਂ ਸੇ ਭਲੇ, ਹੋਰ ਕੇ ਕਹਿਣ ਵਖਾਣ। ਹੋਰ ਕੀ ਕਹਿਣ ਸੁਣਦੀਆਂ ਗੱਲਾਂ ਨੇ, ਜਾਂ ਕੀ ਕਹਿ ਕੇ ਸਮਝਾਈਏ। ਭਾਈ ਅਸਲ ਚੰਗੇ ਉਹ ਹਨ ਜੋ ਤਿਸ ਭਾਵੇਂ, ਜਿਹੜੇ ਉਸ ਮਾਲਕ ਨੂੰ ਚੰਗੇ ਲੱਗਣ। ਸੇ ਭਲੇ, ਹੋਰ ਕੇ ਕਹਿਣ ਵਖਾਣ। ਪਾਤਸ਼ਾਹ ਫਿਰ ਸਾਨੂੰ ਰਸਤੇ ਪਾਓ, ਸਾਨੂੰ ਮਾਰਗਦਰਸ਼ਨ ਕਰੋ, ਕੀ ਕਰੀਏ। ਹੈ ਤੇ ਸਾਰੀ ਹਾਲਤ ਸਾਡੀ ਇਹੋ ਜਿਹੀ। ਹਰ ਪ੍ਰਾਣੀ ਦੀ ਸਵੈ ਪੜਚੋਲ ਕਰਨ ਦੀ ਲੋੜ। ਸੱਚਮੁੱਚ ਅਸੀਂ ਇਹਨਾਂ ਰਸਾਂ ਵਿੱਚ, ਇਹਨਾਂ ਚਸਕਿਆਂ ਵਿੱਚ, ਇਹਨਾਂ ਆਦਤਾਂ ਵਿੱਚ ਫਸੇ ਹੋਏ। ਹੁਣ ਗੁਰਦੇਵ ਸਾਨੂੰ ਮਾਰਗਦਰਸ਼ਨ ਕਰਦੇ ਨੇ। ਕਹਿੰਦੇ ਤਿੰਨ ਮਤ, ਤਿੰਨ ਪਤ, ਤਿੰਨ ਧਨ ਪੱਲੇ, ਜਿਨ ਹਿਰਦੈ ਰਿਹਾ ਸਮਾਏ। ਆਖਿਆ ਉਹਨਾਂ ਦੀ ਮਤ ਚੰਗੀ ਹੈ, ਉਹ ਇੱਜ਼ਤ ਵਾਲੇ ਹਨ, ਉਹਨਾਂ ਦੇ ਕੋਲ ਨਾਮ ਰੂਪੀ ਦੌਲਤ ਹੈ। ਜਿਨ ਹਿਰਦੈ ਰਿਹਾ ਸਮਾਏ, ਜਿਨ ਹਿਰਦੈ ਰਿਹਾ ਸਮਾਏ। ਹਿਰਦੈ ਦੇ ਦੱਦੇ ਨੂੰ ਦੋ ਲਾਵਾਂ ਹਨ। ਅਸੀਂ ਇੱਕ ਲਾਂ ਦੋ ਲਾਂ ਦਾ ਕੋਈ ਅੰਤਰ ਨਹੀਂ ਸਮਝਦੇ, ਤੇ ਕਈ ਵਾਰੀ ਤੇ ਕਹਿੰਦੇ ਇਹਦੇ 'ਚ ਕੀ ਫਰਕ ਪੈਂਦਾ ਜੀ। ਨਹੀਂ ਨਹੀਂ, ਬੜਾ ਫਰਕ ਪੈਂਦਾ। ਹਿਰਦੈ, ਹਿਰਦੇ ਵਿੱਚ, ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਅਕਾਲ ਪੁਰਖ ਸਮਾਇਆ ਹੈ, ਵਸਿਆ ਹੈ, ਜਿਨ੍ਹਾਂ ਨੇ ਉਹਦੇ ਨਾਲ ਪ੍ਰੀਤ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ, ਤਿੰਨ ਮਤ ਉਹ ਮਤੀਵਾਨ ਹਨ, ਤਿੰਨ ਪਤ ਉਹ ਪਤ ਵਾਲੇ ਹਨ, ਤਿੰਨ ਧਨ ਪੱਲੇ ਉਹਨਾਂ ਦੇ ਕੋਲ ਅਸਲੀ ਨਾਮ ਰੂਪੀ ਧਨ ਹੈ। ਜਿਨ ਹਿਰਦੈ ਰਿਹਾ ਸਮਾਏ, ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਵਸਿਆ ਹੈ। ਤਿਨ ਕਾ ਕਿਆ ਸਾਲਾਹਣਾ, ਅਵਰ ਸਵਾਲ ਹੁਕਾਏ। ਆਖਿਆ ਉਹਨਾਂ ਦਾ ਸਲਾਹਣਾ ਕੀ, ਭਾਵ ਉਹਨਾਂ ਦੀ ਕਿੰਨੀ ਕੁ ਸਿਫਤ ਕੀਤੀ ਜਾਏ। ਗੁਰੂ ਨਾਨਕ ਪਾਤਸ਼ਾਹ ਤੇ ਜਪਜੀ ਸਾਹਿਬ ਚ ਫਰਮਾਉਂਦੇ ਨੇ, ਉਹਨਾਂ ਦੀ ਕੋਈ ਸੋਭਾ ਨਹੀਂ ਕਹਿ ਸਕਦਾ। ਜਿਸ ਨੂੰ ਬਖਸ਼ੇ ਸਿਫਤ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਉਹ ਬੜੇ ਪੂਜਣ ਯੋਗ ਨੇ, ਔਰ ਉਹੀ ਅਸਲ ਵਿੱਚ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾਇ ਹੈ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਉ। तो पातशाह ने यह निर्णय कर दिता, नानक नदरी बाहरे रातें दान ना नाए। ये विश्राम बड़ा कीमती है, पर मैं देखता जिस तरह अज पाठ हो रहे ने, कौन इन्होंने विश्रामां वल ध्यान देंदा है ते कौन समझदा। गुरुदेव कहते नानक नदरी बाहरे, ਜਿਹੜੇ परमात्मा की कृपा दृष्टि तो वांझे ਹਨ, ਉਹਨਾਂ ਦੀ ਪਛਾਣ ਕੀ ਹੈ। ਰਾਤੈਂ ਦਾਨ ਨਾ ਨਾਏ, ਉਸ ਦੇ ਦਿੱਤੇ ਹੋਏ ਦਾਨ ਵਿੱਚ ਰਚ ਜਾਂਦੇ ਨੇ। परमात्मा ने जो कुछ सानू दिता है दान दिता है, ते ਜਿਹੜੇ दान ਦੇ ਪਿੱਛੇ ਲੱਗ ਜਾਂਦੇ ਨੇ ਤੇ परमात्मा ਦਾ ਨਾਮ ਚੇਤੇ नहीं करते। गुरु अंगद देव जी ते फरमाते ने, दिन दे थावों दिता चंगा, मनमुख ऐसा जानिए। ये मनमुख की पछाण है। आओ
ਸ਼ਬਦ ਦੇ ਬੜੇ ਡੂੰਘੇ ਵਿਚਾਰ ਹਨ ਤੇ ਡੂੰਘੇ ਵਿਚਾਰਾਂ ਤੋਂ ਅਸੀਂ ਪ੍ਰੇਰਨਾ ਲੈ ਕੇ ਅਕਾਲ ਪੁਰਖ ਦੇ ਅੱਗੇ ਇਹ ਬੇਨਤੀ ਕਰੀਏ, ਪਾਤਸ਼ਾਹ ਇਹ ਕਰਮ ਮੇਰੇ ਕਰਤਾਰ, ਸਾਡੇ ਕਰਮ ਤੇ ਇਹੋ ਜਿਹੇ ਨੇ, ਸਾਡੀ ਸੋਚਣੀ ਇਹੋ ਜਿਹੀ ਹੈ, ਕਿਰਪਾ ਕਰੋ ਸਾਨੂੰ ਚੰਗੀ ਸ੍ਰੇਸ਼ਟ ਸੰਗਤ ਬਖਸ਼ੋ ਤਾਂ ਜੋ ਅਸੀਂ ਤੁਹਾਡੀ ਇਸ ਪਾਵਨ ਸਿੱਖਿਆ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਈਏ।